ਅੱਜ ਮੈਂ ਆਪ ਸਾਰਿਆਂ ਨੂੰ PFMS ਲੌਗਇਨ 'ਤੇ ਐਕਸਪੈਂਡੀਚਰ ਕਿਵੇਂ ਬੁੱਕ ਕਰਨਾ ਹੈ ਅਤੇ ਕਿਸ ਤਰ੍ਹਾਂ ਉਸ ਦੀ ਪੇਮੈਂਟ ਕਰਨੀ ਹੈ, PPA ਕਿਵੇਂ ਜਨਰੇਟ ਕਰਨੀ ਹੈ, ਉਸ ਬਾਰੇ ਦੱਸਾਂਗੀ। ਸਭ ਤੋਂ ਪਹਿਲਾਂ ਆਪਰੇਟਰ ਦੀ ID ਲੌਗਇਨ ਕਰਾਂਗੇ। ਇਹ ਆਪਰੇਟਰ ਦੀ ID ਸਾਡੀ ਖੁੱਲ੍ਹ ਗਈ ਹੈ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਸ਼ਨ 'ਤੇ ਜਾਵਾਂਗੇ ਐਕਸਪੈਂਡੀਚਰ ਤੋਂ ਐਡ ਨਿਊ 'ਤੇ। ਐਡ ਨਿਊ ਤੋਂ ਉੱਤੇ ਅਸੀਂ ਪਹਿਲਾਂ ਸਭ ਤੋਂ ਸਕੀਮ ਸਿਲੈਕਟ ਕਰਾਂਗੇ। ਸਕੀਮ ਸਿਲੈਕਟ ਕਰਨ ਤੋਂ ਬਾਅਦ ਸਾਡੇ ਸਾਹਮਣੇ ਇਸ ਤਰ੍ਹਾਂ ਆ ਜਾਏਗਾ ਸਾਡਾ ਅਕਾਊਂਟ ਨੰਬਰ। ਇਹ ਸਾਡੀ ਮਿਡ ਡੇ ਮੀਲ ਦੀ ਸਕੀਮ PB 67 ਖੁੱਲ੍ਹ ਜਾਏਗੀ। ਇਸ ਤੋਂ ਬਾਅਦ ਅਸੀਂ ਐਕਸਪੈਂਡੀਚਰ ਡਨ ਫੋਰ 'ਤੇ ਜਾਵਾਂਗੇ। ਇਸ ਤੋਂ ਦੋ ਆਪਸ਼ਨ ਸਾਡੇ ਅੱਗੇ ਖੁੱਲ੍ਹ ਜਾਣਗੇ, ਵੈਂਡਰਸ ਅਤੇ ਬੈਨੀਫਿਸ਼ਰੀ। ਵੈਂਡਰਸ ਸਿਲੈਕਟ ਕਰ ਲਾਂਗੇ ਅਸੀਂ, ਕਿਉਂਕਿ ਅਸੀਂ ਵੈਂਡਰ ਨੂੰ ਪੇਮੈਂਟ ਕਰਨੀ ਹੈ। ਇਸ ਤਰ੍ਹਾਂ ਸਾਡੇ ਸਾਹਮਣੇ ਅੱਗੇ ਬਾਕਸ ਆ ਜਾਏਗਾ ਸਿਲੈਕਟ ਵੈਂਡਰ। ਸਿਲੈਕਟ ਵੈਂਡਰ 'ਤੇ ਅਸੀਂ ਕਲਿੱਕ ਕਰਾਂਗੇ ਅਤੇ ਸਰਚ ਬਾਕਸ ਆ ਜਾਏਗਾ। ਇੱਥੇ ਅਸੀਂ ਜਿਹੜੇ ਵੈਂਡਰ ਨੂੰ ਪੇਮੈਂਟ ਕਰਨੀ ਹੈ ਉਸਦਾ ਨਾਮ ਲਿਖਾਂਗੇ। ਅਸੀਂ ਦੋ ਤਰੀਕੇ ਨਾਲ ਸਰਚ ਕਰ ਸਕਦੇ ਹਾਂ, ਇੱਕ ਤਾਂ ਨਾਮ, ਦੂਸਰਾ ਹੁਣ ਅਸੀਂ ਨਾਮ 'ਤੇ ਸਰਚ ਕੀਤਾ ਤਾਂ ਸਾਡੇ ਕੋਲ ਇੱਕ ਨਾਮ ਦੇ ਉਸੇ ਸੇਮ ਨਾਮ ਦੇ 4 ਵੈਂਡਰ ਸਾਹਮਣੇ ਆ ਗਏ ਹਨ, ਪਰ ਸਾਨੂੰ ਪਤਾ ਨਹੀਂ ਅਸੀਂ ਕਿਹੜੇ 'ਤੇ ਕਰਨੀ ਹੈ। ਜੇ ਅਸੀਂ ਐਗਜ਼ੈਕਟ ਉਹੀ ਪਰਸਨ ਲੱਭਣਾ ਹੈ ਜਿਹਨੂੰ ਵੈਂਡਰ ਜਿਸ ਨੂੰ ਅਸੀਂ ਪੇਮੈਂਟ ਕਰਨੀ ਹੈ, ਤਾਂ ਉਸਦੀ ਯੂਨੀਕ ID ਕੋਡ ਸਾਨੂੰ ਜਦੋਂ ਅਸੀਂ ਵੈਂਡਰ ਕ੍ਰੀਏਟ ਕਰਦੇ ਹਾਂ ਤਾਂ ਯੂਨੀਕ ID ਕੋਡ ਸਾਨੂੰ ਇੱਕ ਮਿਲਦਾ ਹੈ। ਉਹ ਵਾਲਾ ਯੂਨੀਕ ID ਕੋਡ ਅਸੀਂ ਇੱਥੇ ਸਰਚ ਕਰਾਂਗੇ। ਯੂਨੀਕ ID ਕੋਡ 'ਤੇ ਪਾ ਕੇ ਅਗਰ ਅਸੀਂ ਸਰਚ ਕਰਦੇ ਹਾਂ ਤਾਂ ਸਾਨੂੰ ਵੈਂਡਰ ਨੂੰ ਐਕੂਰੇਸੀ ਨਾਲ ਲੱਭਣ 'ਚ ਸੌਖਾ ਹੋ ਜਾਂਦਾ ਹੈ, ਔਰ ਇਸ ਵਿੱਚ ਐਕੂਰੇਸੀ ਵੀ ਹੁੰਦੀ ਹੈ। ਬਟ ਅਸੀਂ ਅਗਰ ਨਾਮ ਤੋਂ ਸਰਚ ਕਰਦੇ ਹਾਂ ਤਾਂ ਉਸ ਵਿੱਚ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਕੋਈ ਹੋਰ ਵੀ ਹੋ ਸਕਦਾ ਹੈ, ਵੀ ਉਹੀ ਐਗਜ਼ੈਕਟ ਵੈਂਡਰ ਉਹੀ ਹੈ ਜਾਂ ਕੋਈ ਹੋਰ ਹੈ। ਇਸ ਤੋਂ ਬਾਅਦ ਨੈਕਸਟ ਕਾਲਮ ਆ ਜਾਂਦਾ ਲੈਟਰ ਆਫਿਸ ਆਰਡਰ ਨੰਬਰ। ਇੱਥੇ ਅਸੀਂ ਆਪਣਾ ਆਰਡਰ ਨੰਬਰ ਪਾ ਦੇਵਾਂਗੇ। ਅੱਗੇ ਹੈ ਡੇਟ, ਜਿੰਨੀ ਅਮਾਊਂਟ ਦੀ ਉਹਨੂੰ ਪੇਮੈਂਟ ਕਰਨੀ ਹੈ ਵੈਂਡਰ ਨੂੰ। ਇੱਥੇ ਅਸੀਂ ਜੋ ਵੀ ਸਾਡੀ ਉਹਦੀ ਹੈ ਨਰੇਸ਼ਨ ਪਾਵਾਂਗੇ। ਉਸ ਤੋਂ ਬਾਅਦ ਆ ਜਾਂਦਾ ਸਕੀਮ ਕੰਪੋਨੈਂਟ। ਸਕੀਮ ਕੰਪੋਨੈਂਟ ਦੇ ਵਿੱਚ ਸਿਲੈਕਟ ਸਕੀਮ ਦੇ ਵਿੱਚ ਅਸੀਂ ਇੱਕ ਕੋਸਟ ਆਫ ਫੂਡ ਗ੍ਰੇਨ, ਕੁਕਿੰਗ ਕੋਸਟ, ਟਰਾਂਸਪੋਰਟੇਸ਼ਨ ਕੋਸਟ, ਕੁਕਮ ਹੈਲਪਰ ਮੈਨੇਜਮੈਂਟ, ਮੋਨੇਟਰੀ ਇਵੈਲਿਊਸ਼ਨ, ਇਹਦੇ ਵਿੱਚੋਂ ਅਸੀਂ ਕੁਕਿੰਗ ਕੋਸਟ ਸਿਲੈਕਟ ਕਰਾਂਗੇ। ਅਗਲਾ ਕਾਲਮ ਹੈ ਸਾਡਾ ਐਕਸਪੈਂਸ ਟਾਈਪ, ਰੈਵਨਿਊ ਜਾਂ ਕੈਪੀਟਲ। ਇਹਦੇ ਵਿੱਚੋਂ ਅਸੀਂ ਰੈਵਨਿਊ ਨੂੰ ਸਿਲੈਕਟ ਕਰਾਂਗੇ। ਪਰਸੈਂਟੇਜ ਅਸੀਂ ਕਿੰਨੀ ਪੇਮੈਂਟ ਕਰਨੀ, 100%। ਅਮਾਊਂਟ ਐਡ 'ਤੇ ਕਰਾਂਗੇ ਕਲਿੱਕ ਅਸੀਂ। ਉਸ ਤੋਂ ਬਾਅਦ ਇਸ ਨੂੰ ਟਿਕ ਕਰ ਦਾਂਗੇ ਅਸੀਂ, ਸੇਵ। ਸੇਵ ਕਰਨ ਤੋਂ ਬਾਅਦ ਲੈਟਰ ਆਫਿਸ ਆਰਡਰ ਨੰਬਰ ਆਲਰੇਡੀ ਐਗਜ਼ਿਸਟ।
expenditure details saved successfully. Do you want to proceed with the pay detail? Yes. ਸਾਡਾ ਸੇਵ ਹੋ ਗਿਆ। ਸਿਲੈਕਟ ਤੇ ਅਸੀਂ ਕੀ ਕਰਨਾ ਚਾਹੁੰਦੇ, ਈ ਪੇਮੈਂਟ ਯੂਜ਼ਿੰਗ ਪ੍ਰਿੰਟ ਐਡਵਾਈਸ। ਤੇ ਕਨਫਰਮ ਤੇ ਅਸੀਂ ਕਲਿੱਕ ਕਰ ਦਾਂਗੇ। ਉਸ ਤੋਂ ਬਾਅਦ ਆ ਗਿਆ ਪੇ ਡਿਟੇਲ, ਸਬਮਿਟ ਫॉर ਅਪਰੂਵਲ ਬੈਕ। ਅਸੀਂ ਸਬਮਿਟ ਫॉर ਅਪਰੂਵਲ ਕਰਾਂਗੇ। ਸਕਸੈਸਫੁਲੀ ਸੇਵਡ ਫॉर ਸਬਮਿਟਡ। ਠੀਕ ਹੈ ਜੀ, ਇਹ ਸਾਡੀ ਜਿਹੜੀ ਹੈ ਆਪਰੇਟਰ ਦੀ ਆਈਡੀ ਦੇ ਵਿੱਚੋਂ ਸਬਮਿਟ ਹੋ ਗਈ ਸਾਡੀ ਪੇਮੈਂਟ। ਹੁਣ ਇਸ ਤੋਂ ਅਸੀਂ ਇਸ ਨੂੰ ਲੌਗ ਆਊਟ ਕਰ ਦੇਣਾ ਹੈ। ਲੌਗ ਆਊਟ ਕਰਨ ਤੋਂ ਬਾਅਦ ਅਸੀਂ ਆਪਣੀ ਅਪਰੂਵਲ ਵਾਲੀ ਆਈਡੀ ਜਿਹੜੀ ਹੈ ਉਹ ਖੋਲ੍ਹਣੀ ਹੈ, ਉਹਦਾ ਲੌਗਇਨ ਆਈਡੀ ਪਾਸਵਰਡ ਪਾਉਣਾ ਹੈ। ਇਹ ਸਾਡੀ ਅਪਰੂਵਲ ਦੀ ਆਈਡੀ ਖੁੱਲ੍ਹ ਗਈ ਹੈ ਜੀ। ਇਸ ਦੇ ਵਿੱਚ ਐਕਸਪੈਂਡੀਚਰ ਤੇ ਜਾ ਕੇ ਅਸੀਂ ਅਪਰੂਵ 'ਚ ਜਾਣਾ ਹੈ। ਅਪਰੂਵ 'ਚ ਸਕੀਮ ਸਿਲੈਕਟ ਕਰਨੀ ਹੈ ਜੀ, ਕਰਕੇ ਇਸ ਨੂੰ ਸਰਚ ਕਰਨਾ ਹੈ। ਸਰਚ ਕਰਨ ਤੋਂ ਬਾਅਦ ਸਾਡੇ ਸਾਹਮਣੇ ਇਸ ਤਰੀਕੇ ਨਾਲ ਵਾਲਾ ਜਿਹੜੀ ਡਿਟੇਲ ਆ ਉਹ ਸਾਹਮਣੇ ਆ ਜਾਏਗੀ। ਸਬਮਿਟਡ, ਇਹ ਸਬਮਿਟਡ ਹੋ ਚੁੱਕਾ ਹੈ। ਇਸ ਨੂੰ ਡਬਲ ਕਲਿੱਕ ਕਰਾਂਗੇ ਅਸੀਂ, ਇਸ ਦੀ ਸਾਰੀ ਡਿਟੇਲ ਸਾਡੇ ਸਾਹਮਣੇ ਓਪਨ ਹੋ ਜਾਏਗੀ। ਇੱਥੇ ਆਪਸ਼ਨ ਆ ਰਿਹਾ ਅਪਰੂਵ ਰਿਜੈਕਟ, ਇਸ 'ਤੇ ਕਲਿੱਕ ਕਰਾਂਗੇ ਅਸੀਂ। ਪਲੀਜ਼ ਐਂਟਰ ਰਿਮਾਰਕ, ਇੱਥੇ ਰਿਮਾਰਕ ਦੇ ਦਾਂਗੇ। ਅਪਰੂਵਡ, ਅਪਰੂਵ ਕਰ ਦਾਂਗੇ। ਸਕਸੈਸਫੁਲੀ ਸੇਵਡ ਫॉर ਅਪਰੂਵਡ। ਹੁਣ ਸਾਡੀ ਪੇਮੈਂਟ ਜਿਹੜੀ ਹੈ ਉਹ ਅਪਰੂਵ ਹੋ ਚੁੱਕੀ ਹੈ। ਇਸ ਜਿਹੜੀ ਅਸੀਂ PPA ਜਨਰੇਟ ਕੀਤੀ ਹੈ, ਇਸ ਦੀ ਐਕਸਪਾਇਰੀ ਡੇਟ 9/3/2022। ਜਦੋਂ ਵੀ ਕੋਈ ਅਸੀਂ PPA ਜਨਰੇਟ ਕਰਦੇ ਹਾਂ ਤਾਂ ਉਹ ਜਿਹੜੀ PPA ਹੈ ਉਹ ਵੈਲਿਡ ਹੁੰਦੀ ਹੈ ਅਗਲੇ 10 ਦਿਨ ਤੱਕ। ਠੀਕ ਹੈ ਜੀ, ਜੇ 10 ਦਿਨ ਤੱਕ ਅਸੀਂ ਉਸ ਨੂੰ ਬੈਂਕ 'ਚ ਨਹੀਂ ਦਿੰਦੇ ਤਾਂ ਉਹ ਜਿਹੜੀ PPA ਜਨਰੇਟ ਕੀਤੀ ਹੁੰਦੀ ਹੈ ਉਹ ਕੈਂਸਲ ਹੋ ਜਾਂਦੀ ਹੈ। ਇਸ ਕਰਕੇ ਉਹਦੇ ਵਿੱਚ ਇਸ ਨੂੰ ਬੈਂਕ 'ਚ ਦੇ ਕੇ, ਦੇਖੋ PPA is valid up to 10 days from the date of approval। ਇਹ ਤੁਹਾਡੇ ਸਾਹਮਣੇ ਸਾਡੇ ਕੋਲ PPA ਦੀ ਜਿਹੜੀ ਕਾਪੀ ਉਹ ਆ ਗਈ ਹੈ। ਇਸ ਤਰੀਕੇ ਨਾਲ ਅਸੀਂ ਇਸ ਦਾ ਪ੍ਰਿੰਟ ਜਿਹੜਾ ਉਹ ਨਿਕਾਲ ਲੈਣਾ ਹੈ। ਤੋ ਇਹ ਸੀ ਸਾਡਾ ਇਹ ਸਾਰਾ ਪ੍ਰੋਸੈਸ ਕਿ ਕਿਵੇਂ ਅਸੀਂ ਐਕਸਪੈਂਡੀਚਰ ਪੁੱਟ ਕਰਨਾ ਹੈ, ਬੁੱਕ ਕਰਨਾ ਹੈ, ਔਰ ਕਿਸ ਤਰੀਕੇ ਨਾਲ ਅਸੀਂ ਉਹਦੀ ਪੇਮੈਂਟ ਕਰਨੀ ਹੈ। ਐਕਸਪੈਂਡੀਚਰ ਬੁੱਕ ਜਿਹੜਾ ਹੈ ਉਹ ਆਪਰੇਟਰ ਦੀ ਆਈਡੀ ਤੋਂ ਕਰਨਾ ਹੈ, ਅਤੇ ਐਕਸਪੈਂਡੀਚਰ ਨੂੰ ਅਪਰੂਵ ਜਿਹੜਾ ਹੈ ਅਪਰੂਵਰ ਦੀ ਆਈਡੀ ਤੋਂ ਕਰਨਾ ਹੈ। ਇਸ ਤਰ੍ਹਾਂ PPA ਜਨਰੇਟ ਹੋ ਜਾਏਗੀ ਤੁਹਾਡੀ। ਇਸ ਦੀ ਕਾਪੀ ਜਿਹੜੀ ਇੱਕ ਬੈਂਕ 'ਚ ਦੇਣੀ ਹੈ ਅਤੇ ਇੱਕ ਜਿਹੜੀ ਕਾਪੀ ਹੈ ਉਹ ਆਪਣੇ ਕੋਲ ਰਿਸੀਵਿੰਗ ਜਿਹੜੀ ਉਹ ਆਪਣੇ ਕੋਲ ਰੱਖਣੀ ਹੈ। ਸਾਡੀ ਜਿਹੜੀ ਪੇਮੈਂਟ ਆ ਉਹ ਬੈਂਕ ਤੋਂ ਟ੍ਰਾਂਜੈਕਸ਼ਨ ਜਦੋਂ ਹੋ ਜਾਏਗੀ ਤਾਂ ਉਸ ਵੈਂਡਰ ਦੇ ਅਕਾਊਂਟ 'ਚ ਉਹ ਪੇਮੈਂਟ ਜਿਹੜੀ ਉਹ ਚਲੀ ਜਾਏਗੀ। ਓਕੇ ਜੀ, ਇਸ ਤੋਂ ਬਾਅਦ ਇਸ ਨੂੰ ਆਈਡੀ ਨੂੰ ਲੌਗ ਆਊਟ ਕਰ ਦੇਣਾ ਹੈ।